की सबने मन में ठानी थी, चमक उठी सन 57 में वह तलवार पुरानी थी। बुंदेले हर बोलों के मुंह हमने सुनी कहानी थी, खूब लड़ी मर्दानी वो तो, खूब लड़ी मर्दानी वो तो झांसी वाली रानी थी। झांसी वाली रानी थी वो, झांसी वाली रानी थी, झांसी वाली रानी थी वो, झांसी वाली रानी थी। ਇਹ ਹੈ ਬੁੰਦੇਲਾਂ ਦੀ ਨਗਰੀ ਝਾਂਸੀ, ਉਹ ਥਾਂ ਜਿੱਥੇ ਨਸ-ਨਸ 'ਚ ਬਹਾਦਰੀ, ਵੀਰਤਾ, ਦ੍ਰਿੜਤਾ ਤੇ ਸਾਹਸ ਦੀ ਝਲਕ ਤੇ ਚਮਕ ਆਮ ਵੇਖਣ ਨੂੰ ਮਿਲਦੀ ਹੈ। ਰਾਸ਼ਟਰੀ ਰੱਖਿਆ ਸਮਰਪਣ ਉਤਸਵ ਦੇ ਮੌਕੇ ਝਾਂਸੀ ਸ਼ਹਿਰ ਸਭ ਦਾ ਸਵਾਗਤ ਕਰਦਾ ਹੈ। ਦੁਨੀਆ ਦੇ ਨਕਸ਼ੇ ਤੇ ਝਾਂਸੀ ਨੂੰ ਇੱਕ ਬੇਹੱਦ ਖਾਸ ਪਹਿਚਾਣ ਦਿਵਾਉਣ ਵਾਲੀ ਬਹਾਦਰ ਯੋਧਾ ਵੀਰਾਂਗਣਾ ਮਹਾਰਾਣੀ ਲక్ష్ਮੀ ਬਾਈ ਦੀ 193ਵੀਂ ਜਯੰਤੀ ਦੇ ਮੌਕੇ ਇਤਿਹਾਸਿਕ ਦਿਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 400 ਸਾਲ ਤੋਂ ਵੀ ਵੱਧ ਪੁਰਾਣੇ ਇਸ ਝਾਂਸੀ ਦੇ ਕਿਲੇ ਦੀ ਫਸੀਲ ਤੇ ਇਸ ਵਿਸ਼ੇਸ਼ ਸਮਾਰੋਹ 'ਚ ਵੀਰਤਾ ਤੇ ਹਿੰਮਤ ਦੀ ਸਮਰੂਪ ਰਾਣੀ ਲక్ష్ਮੀ ਬਾਈ ਨੂੰ ਰਾਸ਼ਟਰ ਵੱਲੋਂ ਨਮਨ ਕਰਨਗੇ। ਝਾਂਸੀ ਨੂੰ ਪਹਿਲਾਂ ਬਲਵੰਤ ਨਗਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਉਸ ਵੇਲੇ ਇਹ ਕਿਲਾ ਬੰਗਰਾ ਨਾਮੀ ਇੱਕ ਪਹਾੜੀ ਦੇ ਉੱਤੇ ਓਰਛਾ ਦੇ ਰਾਜਾ ਵੀਰ ਸਿੰਘ ਜੂਦੇਵ ਦੁਆਰਾ ਬਣਾਇਆ ਗਿਆ ਸੀ। ਇਸ ਕਿਲੇ 'ਚ 10 ਦਰਵਾਜ਼ੇ ਜਾਂ ਫਾਟਕ ਨੇ। ਆਜ਼ਾਦੀ ਦੇ ਜਿਸ ਫਲ ਦਾ ਮਿੱਠਾ ਸਵਾਦ ਅਸੀਂ ਅੱਜ ਮਾਣ ਰਹੇ ਹਾਂ, ਉਸ ਨੂੰ ਇਸੇ ਧਰਤੀ ਦੇ ਵੀਰਾਂ ਸੂਰਵੀਰਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਸਿੰਜਿਆ ਸੀ। ਗ੍ਰੇਨਾਈਟ ਨਾਲ ਬਣੀਆਂ ਕਿਲੇ ਦੀਆਂ ਦੀਵਾਰਾਂ 16 ਤੋਂ 20 ਫੁੱਟ ਉੱਚੀਆਂ ਨੇ, ਜੋ ਦੱਖਣ 'ਚ ਸ਼ਹਿਰ ਦੀਆਂ ਦੀਵਾਰਾਂ ਦੇ ਨਾਲ ਜਾ ਮਿਲਦੀਆਂ ਨੇ। ਸਾਲਾਂ ਪਹਿਲਾਂ ਮਹਿਲਾ ਸਸ਼ਕਤੀਕਰਨ ਦੀ ਅਲਖ ਜਗਾਉਣ ਵਾਲੀ ਰਾਣੀ ਲక్ష్ਮੀ ਬਾਈ ਨੇ 1857 'ਚ ਦੇਸ਼ ਦੇ ਪਹਿਲੇ ਆਜ਼ਾਦੀ ਦੇ ਸੰਗਰਾਮ ਦੇ ਦੌਰਾਨ ਫਿਰੰਗੀਆਂ ਨੂੰ ਜ਼ਬਰਦਸਤ ਟੱਕਰ ਦਿੱਤੀ ਸੀ। ਇਸੇ ਕਿਲੇ ਦੀ ਫਸੀਲ ਤੋਂ ਉਹਨਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਛਾਲ ਮਾਰ ਕੇ ਆਪਣੇ ਆਪ ਨੂੰ ਅੰਗਰੇਜ਼ੀ ਹਕੂਮਤ ਦੀ ਗਿਰਫਤ ਤੋਂ ਦੂਰ ਰੱਖਿਆ ਸੀ। ਅੱਜ ਇਸੇ ਕਿਲੇ 'ਚ ਮੌਜੂਦ ਉਸ ਛਲਾਂਗ ਵਾਲੀ ਥਾਂ ਤੇ ਪਲਸਤਰ ਨਾਲ ਉਕੇਰੀ ਗਈ ਰਾਣੀ ਲక్ష్ਮੀ ਬਾਈ ਜੀ ਦੀ ਮੂਰਤੀ ਦਾ ਤੇ ਉਸ ਦੇ ਕੋਲ ਮੌਜੂਦ ਪੱਟਿਕਾ ਦਾ ਮਾਣਯੋਗ ਪ੍ਰਧਾਨ ਮੰਤਰੀ ਜੀ ਲੋਕਾਰਪਣ ਕਰਨਗੇ। ਅੱਜ ਸਮੁੱਚਾ ਰਾਸ਼ਟਰ ਰਾਣੀ ਲక్ష్ਮੀ ਬਾਈ ਜੀ ਨੂੰ ਉਹਨਾਂ ਦੀ ਜਯੰਤੀ ਦੇ ਮੌਕੇ ਯਾਦ ਕਰ ਰਿਹਾ ਹੈ। ਭਾਰਤੀ ਸੈਨਾ ਦੇ ਤਿੰਨੋਂ ਸੈਨਾ ਪ੍ਰਮੁੱਖਾਂ ਦੁਆਰਾ, ਜਿਨ੍ਹਾਂ 'ਚ ਜਨਰਲ ਵਿਪਿਨ ਰਾਵਤ, ਡਾਕਟਰ ਅਜੇ ਕੁਮਾਰ, ਐਡਮਿਰਲ ਕਰਨਬੀਰ ਸਿੰਘ, ਜਨਰਲ ਮਨੋਜ ਮੁਕੁਲ ਨਰਵਣੇ ਤੇ ਏਅਰ ਚੀਫ ਮਾਰਸ਼ਲ VR ਚੌਬੇ ਨੇ ਪ੍ਰਧਾਨ ਮੰਤਰੀ ਜੀ ਦਾ ਨਿੱਘਾ ਸਵਾਗਤ ਕੀਤਾ।
ਰਾਸ਼ਟਰੀ ਝੰਡੇ ਨੂੰ ਸਨਮਾਨ ਤੋਂ ਬਾਅਦ ਪ੍ਰਧਾਨ ਮੰਤਰੀ ਪੱਟਿਕਾ ਦੇ ਮਹੂਰਤ ਲਈ ਆਪਣੇ ਸਾਥੀਆਂ ਨਾਲ ਅੱਗੇ ਵਧੇ। 5 ਫੁੱਟ ਤੇ 7.5 ਫੁੱਟ ਦੀ ਇਸ ਮੂਰਤੀ ਦਾ ਪ੍ਰਧਾਨ ਮੰਤਰੀ ਨੇ ਆਪਣੇ ਹੱਥੀਂ ਪਰਦਾ ਹਟਾਇਆ, ਜਿਸ ਨੂੰ ਗ੍ਰੇਨਾਈਟ ਦੇ ਉੱਤੇ ਸਥਾਪਿਤ ਕੀਤਾ ਗਿਆ ਹੈ। ਮਗਰੋਂ NCC ਦੀਆਂ 33 ਬਹਾਦਰ ਬੱਚੀਆਂ ਵਿੱਚੋਂ ਇੱਕ ਵੱਲੋਂ ਤਿਆਗ, ਬਹਾਦਰੀ ਤੇ ਸਾਹਸ ਦੀ ਪ੍ਰਤੀਕ ਇੱਕ ਤਲਵਾਰ ਪ੍ਰਧਾਨ ਮੰਤਰੀ ਜੀ ਨੂੰ ਭੇਟ ਕੀਤੀ ਗਈ। ਰਿਟਰੀਟ ਸਮਾਰੋਹ ਤੋਂ ਬਾਅਦ ਪ੍ਰਧਾਨ ਮੰਤਰੀ ਜੀ ਦਾ ਕਾਫਿਲਾ ਮੁੱਖ ਪੰਡਾਲ ਵੱਲ ਰਵਾਨਾ ਹੋਇਆ। ਰੌਸ਼ਨੀ 'ਚ ਨਹਾਇਆ ਕਿਲਾ ਇਸ ਮੌਕੇ ਬੇਹੱਦ ਖੂਬਸੂਰਤ ਲੱਗ ਰਿਹਾ ਸੀ। ਦੂਰਦਰਸ਼ਨ ਵੱਲੋਂ ਇਸ ਮੌਕੇ ਖਾਸ ਤੌਰ ਤੇ ਕੈਮਰੇ ਲਗਾ ਕੇ ਇਸ ਇਤਿਹਾਸਿਕ ਦ੍ਰਿਸ਼ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਸੀ। 3 ਰੋਜ਼ਾ ਇਹ ਸਮਾਰੋਹ ਪ੍ਰਧਾਨ ਮੰਤਰੀ ਜੀ ਦੇ ਆਗਮਨ ਨਾਲ ਆਪਣੇ ਸਿਖਰ ਤੇ ਪਹੁੰਚ ਰਿਹਾ ਸੀ, ਜਦੋਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਮੰਚ ਉੱਤੇ ਪਹੁੰਚੇ। ਮੰਚ ਉੱਤੇ ਦੇਸ਼ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਨੇ ਸਵਾਗਤੀ ਪ੍ਰਤੀਕ ਵਜੋਂ ਇੱਕ ਚਿੱਤਰ ਭੇਟ ਕਰਕੇ ਪ੍ਰਧਾਨ ਮੰਤਰੀ ਜੀ ਨੂੰ ਜੀ ਆਇਆਂ ਕਿਹਾ। ਬਾਅਦ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ ਨੇ ਪ੍ਰਧਾਨ ਮੰਤਰੀ ਜੀ ਨੂੰ ਇੱਕ ਸੁੰਦਰ ਮੂਰਤੀ ਭੇਟ ਕਰਕੇ ਉਹਨਾਂ ਦਾ ਸਵਾਗਤ ਕੀਤਾ। ਆਪਣੇ ਸਵਾਗਤੀ ਭਾਸ਼ਣ 'ਚ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ जनरल विपिन रावत जी ने कहा, भारतवर्ष की बुंदेलखंड की इस भूमि पर झांसी की रानी लक्ष्मीबाई ने विशेष पहचान दिलाई है। उत्तर प्रदेश सरकार के सहयोग के साथ रक्षा मंत्रालय ने रानी के अदम्य साहस और वीरता को नमन करते हुए बुंदेलों का ही नहीं बल्कि समस्त देशवासियों में एकता और अखंडता की भावना उजागर कर दी है। हमारे प्रधानमंत्री द्वारा हर देशवासी और स्वतंत्रता सेनानी जिन्होंने देश को स्वतंत्रता दिलाने में देश सर्वप्रथम के अटल इरादों से अपना जीवन देश को समर्पित कर दिया, उन सभी को सम्मानित करने की पहल बहुत ही सराहनीय है। इस तो बाद NCC ਦੀ ਇੱਕ ਫਿਲਮ ਵਿਖਾਈ ਗਈ, ਜਿਸ ਵਿੱਚ ਦੇਸ਼ 'ਚ ਸੈਨਿਕ ਸਕੂਲਾਂ ਦੀ ਭੂਮਿਕਾ ਨੂੰ ਦਰਸਾਇਆ ਗਿਆ। सैनिक स्कूल भारतीय सेना और देश के शौर्य की प्राण शक्ति है। सैनिक स्कूल मजबूत और बौद्धिक क्षमता के श्रेष्ठ नागरिकों का निर्माण कर रहे हैं। अब माननीय प्रधानमंत्री श्री नरेंद्र मोदी जी ने देश भर में 100 नए सैनिक स्कूल खोलने की घोषणा कर एक नई क्रांति का आह्वान किया है। अब हर राज्य और हर केंद्र शासित प्रदेश में नए सैनिक स्कूल खुलेंगे। डे स्कॉलर्स को भी दाखिला मिलेगा। 50% बच्चों को स्कॉलरशिप मिलेगी। हर सैनिक स्कूल एक खेल में दक्ष बनाया जाएगा। निजी संस्थाओं और NGO के साथ मिलकर सरकार सिर्फ 100 नए सैनिक स्कूल ही नहीं बनाएगी, बल्कि सारे देश में राष्ट्र प्रेम की एक नई ज्वाला प्रज्वलित करेगी। ये सारे ऐतिहासिक बदलाव सिर्फ अगले 2 साल में ही पूर्ण किए जाएंगे। अब सरकार ने तय किया है कि देश के सभी सैनिक स्कूलों को देश की बेटियों के लिए भी खोल दिया जाएगा। रानी लक्ष्मीबाई, माता भाग कौर और खिलाड़ी चेन्नम्मा जैसी वीरांगनाओं से प्रेरणा लेती आज की सशक्त लड़कियों के लिए भी अब सैनिक स्कूलों में प्रवेश के द्वार खुल गए। अब हमारे देश की लड़कियां भी बालकों के संग कंधे से कंधा मिलाकर चलेंगी। ये कदम लड़कियों को न केवल नई शिक्षा, नया दृष्टिकोण, नई ऊर्जा देगा, बल्कि उनके लिए नई राहें भी खुलेंगी। ये कदम लड़कियों को भारतीय सेना में कमीशन्ड ऑफिसर बनने में सहायक सिद्ध होगा। NCC अनुशासन की पहचान, देश की शान, दुनिया में सबसे बड़ा गौरवपूर्ण यूनिफॉर्म्ड युवा संगठन NCC
अब और सक्रिय, सुदृढ़ और साहसी बनेगा। इस दिशा में प्रधानमंत्री जी ने अपने विजन के तहत एक महत्वपूर्ण पहल की है। एनसीसी की ट्रेनिंग, उसकी क्षमताओं को भी सरकार तेजी से बढ़ा रही है। अब सभी एनसीसी कैडेट्स को पहली बार सिमुलेटर द्वारा आधुनिक प्रशिक्षण मिलेगा। इसके लिए फायरिंग सिमुलेटर की संख्या 1 से बढ़ाकर 98, रोइंग सिमुलेटर 10 से बढ़ाकर 71, फ्लाइंग सिमुलेटर 6 से बढ़ाकर 50 कर दिए गए हैं। अब सिमुलेटर पर आधुनिक प्रशिक्षण पाकर हमारे एनसीसी कैडेट्स देश के लिए शूरवीर जाबाज योद्धा बनेंगे। जब ये फोर्सेस में शामिल होंगे तो ये प्रशिक्षित कैडेट्स भारतीय सैन्य बल को और प्रबल करेंगे। माननीय प्रधानमंत्री श्री मोदी जी ने देश के समस्त सीमावर्ती क्षेत्रों के समीप मुख्य तालुकों के हजारों स्कूलों में एनसीसी की यूनिट स्थापित करने का फैसला करके एक ऐतिहासिक कदम उठाया। देश के बॉर्डर के निकट बसे बच्चों में इस कदम से देश प्रेम की नई ज्वाला जगी है। एनसीसी कैडेट्स अब सीमाओं के प्रहरी के रूप में उभर रहे हैं और हमारी सीमाओं के सुरक्षा बल को एक युवा सैन्य कवच प्रदान कर रहे हैं। हर एनसीसी कैडेट एनसीसी से आजीवन जुड़ा रहना चाहता है। वंस एन एनसीसी कैडेट ऑलवेज एन एनसीसी कैडेट। माननीय प्रधानमंत्री जो खुद भी एक पूर्व एनसीसी कैडेट हैं, आज एनसीसी अलुमनाई एसोसिएशन का लॉन्च कर रहे हैं। अब पूर्व एनसीसी कैडेट्स को फिर एनसीसी से जुड़ने के द्वार खुल जाएंगे और देश को नए परिपक्व मार्गदर्शक और मेंटर्स मिलेंगे। इस मौके एनसीसी ਦੇ ਮਹਾਨਿਦੇਸ਼ਕ ਨੇ ਮਾਣਯੋਗ ਪ੍ਰਧਾਨਮੰਤਰੀ ਨੂੰ ਪ੍ਰਥਮ ਸਦੱਸਤਾ ਕਾਰਡ ਦਾ ਇੱਕ ਪ੍ਰਤੀਕ ਭੇਟ ਕੀਤਾ। ਬਾਅਦ ਵਿੱਚ ਇੱਕ फिल्म भी पेश की गई। चमक उठी सन 57 में वो तलवार पुरानी थी, बुंदेले हर बोलों के मुंह हमने सुनी कहानी थी। खूब लड़ी मर्दानी वो तो झांसी वाली रानी थी। ये शब्द आज भी हर भारतवासी के दिल में देशभक्ति का जज्बा भर देते हैं और हम सबको आजादी के उस दौर की याद दिलाते हैं जब झांसी की वीरांगना रानी लक्ष्मीबाई ने अपने साहस से अंग्रेजी हुकूमत को हिलाकर रख दिया था। तब से भारत की पहली महिला स्वतंत्रता सेनानी रानी लक्ष्मीबाई के साथ साथ झांसी का भी नाम इतिहास के पन्नों में दर्ज हो गया। उसी झांसी को देश के यशस्वी प्रधानमंत्री नरेंद्र मोदी जी के मार्गदर्शन और माननीय मुख्यमंत्री योगी आदित्यनाथ जी के कुशल नेतृत्व में इस बार रक्षा क्षेत्र में नई पहचान मिल रही है। माननीय प्रधानमंत्री जी की प्रेरणा से उत्तर प्रदेश में डिफेंस कॉरिडोर का निर्माण मिशन मोड में हो रहा है। डिफेंस कॉरिडोर के लिए अब तक 4000 करोड़ के निवेश प्राप्त हो चुके हैं। ये एल आकार का गलियारा विविध संभावनाएं प्रदान करता है जो प्रदेश के महत्वपूर्ण शहरों में जैसे 1000 से भी अधिक स्टार्टअप नई टेक्नोलॉजीज को साकार कर रहे हैं और उनसे ड्रोन्स, एंटी टैंक मिसाइल्स आदि खरीदने की प्रक्रिया शुरू कर दी गई है। जो आइटम पहले इंपोर्ट होते थे अब जब देश में ही बनने लगे हैं तो उनकी कीमतों में 50 से 80% की कमी हुई है। भारत की उड़ान में अब लाइट यूटिलिटी हेलीकॉप्टर, फाइटर हेलीकॉप्टर शामिल हैं। अब भारत की गणना विश्व के उन चुनिंदा देशों में है जो 4th जनरेशन फाइटर्स, हेलीकॉप्टर्स, एयरक्राफ्ट कैरियर्स, सबमरीन्स, मिसाइल्स और एडवांस्ड वेपनरी बनाने में सक्षम है। अपने राष्ट्र बल को आत्मनिर्भर रूप से सशक्त बनाने की ओर देश तेजी से अग्रसर हो रहा है और डिफेंस कॉरिडोर बनाना उसी दिशा में एक अहम कदम है जिसमें उत्तर प्रदेश की एक अहम भूमिका है। कॉरिडोर बनाने के कुछ ही महीनों में एशिया का सबसे बड़ा डिफेंस एक्सपो डेफ एक्सपो 2020 आयोजित कर विश्व के डिफेंस क्षेत्र को लखनऊ में होस्ट किया। उत्तर प्रदेश ने बड़ी मात्रा में डिफेंस इक्विपमेंट बनाने की पहल की है। उत्तर प्रदेश में मात्र 2 साल में लगभग 4000 करोड़ रुपए का निवेश प्रस्तावित हुआ है। कानपुर में डॉर्नियर,
अमेठी में AK-203 कलशनिकोव राइफल, लखनऊ में ब्रह्मोस और अलीगढ़ में 8 असॉल्ट राइफल्स, ड्रोन्स और अनमैन्ड एरियल व्हीकल्स के उत्पादन की नींव रखी जा चुकी है। इसी कड़ी में अब बारी है वीरांगना लक्ष्मीबाई की इस पावन धरती की। अब झांसी भी देश के सैन्य बलों को सशक्त करने में एक अहम भूमिका निभाएगा। अब झांसी में नए डिफेंस प्रोजेक्ट्स अंकुरित होने लगे हैं। राष्ट्र के सैन्य बल को सशक्त करने के साथ साथ झांसी के निवासियों को रोजगार भी प्राप्त होगा तथा यहाँ के कारोबार में भी वृद्धि होगी। इन सब कदमों से भारत रक्षा उत्पादन में आत्मनिर्भर हो रहा है। नए भारत का उत्साह और प्रगति को देख दुनिया के अनेक देश अब हमारे साथ मिलकर काम करने के इच्छुक हैं। आने वाले वर्षों में यही संकल्प भारत को रक्षा उत्पादन के क्षेत्र में सर्वश्रेष्ठ देशों की पंक्ति में गर्व से खड़ा करेगा और एक बेहतर, संतुलित और संयमित विश्व बनाने में अपना महत्वपूर्ण योगदान देगा। इस मौके नेशनल वार मैमोरियल च स्थित नवी डिजिटल स्क्रीन ते देश भक्ति दे जज्बे नूं होर उत्साहित करन दे मकसद नाल तैयार साजो सामान नूं माणयोग प्रधान मंत्री जी ने एक रिमोट दा बटन दबा के लोकां दे अर्पण कीता। तान की छीना, सीना तान की छीना है, क्योंकि गर्व से हमको जीना है। शहीद हुए जो मातृभूमि पर, उनके हर कतरे के निशान हैं यहाँ। तकरीबन 70 वर्षों तक आजादी के बाद शहीद हुए सैनिकों की याद में कोई राष्ट्रीय स्मारक न होने की कमी हमेशा देशवासियों को खलती रही। सैन्य बलों एवं समस्त देशवासियों की भावनाओं को साकार करने का संकल्प हमारे प्रधानमंत्री जी ने उठाया। 25 फरवरी 2019 को राष्ट्र को समर्पित राष्ट्रीय समर स्मारक हमारे प्रधानमंत्री जी के उस विजन को दर्शाता है जिसमें उन्होंने आजादी के बाद शहीद हुए सैनिकों की स्मृति को एक रूप प्रदान किया। आज माननीय प्रधानमंत्री जी राष्ट्रीय समर स्मारक डिजिटल स्क्रीन और उन्नत तकनीकी सुविधाएं राष्ट्र को समर्पित कर रहे हैं, जिससे राष्ट्रीय समर स्मारक की पहुंच अब युवाओं और व्यापक जन समूह तक होगी। राष्ट्रीय समर स्मारक के प्रवेश द्वार से थोड़ा आगे बढ़ते ही दाईं और बाईं तरफ सुविधाजनक टच स्क्रीन लगी है। आउटडोर इंटरैक्टिव टच स्क्रीन और 2 विशाल LED आउटडोर वॉल के माध्यम से वीरों को श्रद्धांजलि दे सकते हैं। यहाँ आने वालों का मोबाइल फोन ऑडियो आधारित टूर गाइड का प्रयोग कर लोकेशन, मार्ग और इतिहास के बारे में जानने का मौका मिलेगा। राष्ट्रीय समर स्मारक के सभी पहलुओं के बारे में जानकारी प्राप्त करने के लिए ऑडियो विवरण के साथ 21 क्षेत्रीय भाषाओं में उपलब्ध है। स्मारक में अंकित 26,275 शूरवीरों के बारे में जाना जा सकता है। 360 डिग्री व्यू, इस सुविधा से दुनिया के किसी भी कोने से राष्ट्रीय समर स्मारक के वर्चुअल दर्शन कर सकते हैं। रानी झांसी की पवित्र कर्मभूमि से आज ये लोकार्पण देश के सैनिकों से ये वादा है कि उनका बलिदान हमारे मनमानस पर सदैव अंकित रहेगा। मगरों एयर चीफ मार्शल VR चौबे ने हिंदुस्तान एरोनॉटिकल वल्लों तैयार लाइट कॉम्बैट हैलीकॉप्टर दा मॉडल प्रधानमंत्री जी कोलों हासिल कीता। एडमिरल करणबीर सिंह ने अत आधुनिक तकनीक नाल तैयार इलैक्ट्रॉनिक वार सिस्टम शक्ति दा मॉडल प्रधानमंत्री जी कोलों हासिल कीता। लेफ्टिनेंट जनरल CP बहुती ने 2 ड्रोन दे मॉडल प्रधानमंत्री जी कोलों प्राप्त कीते। इस मौके माणयोग प्रधानमंत्री जी ने एक बटन दबा के 400 करोड़ दी लागत वाली भारत डायनामिक्स लिमिटेड दी
ਪ੍ਰੋਪਲਸ਼ਨ ਸਿਸਟਮ ਦੀ ਇੱਕ ਲੇਖ ਪੱਟਿਕਾ ਦਾ ਮਹੂਰਤ ਕੀਤਾ। 600 ਮੈਗਾਵਾਟ ਦੀ ਸਮਰੱਥਾ ਨਾਲ ਬਣਨ ਵਾਲੇ ਇੱਕ ਸੋਲਰ ਪਲਾਂਟ ਦੀ ਲੇਖ ਪੱਟਿਕਾ ਦਾ ਵੀ ਮਹੂਰਤ ਇਸ ਮੌਕੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਕੀਤਾ। ਮਗਰੋਂ ਇੱਕ ਵਾਰ ਫੇਰ ਬਟਨ ਦਬਾ ਕੇ ਪ੍ਰਧਾਨ ਮੰਤਰੀ ਜੀ ਨੇ ਅਟਲ ਏਕਤਾ ਪਾਰਕ ਨੂੰ ਇੱਕ ਲੇਖ ਪੱਟਿਕਾ ਦੁਆਰਾ ਲੋਕਾਂ ਲਈ ਅਰਪਣ ਕੀਤਾ। ਰਾਸ਼ਟਰੀ ਰੱਖਿਆ ਸਮਰਪਣ ਉਤਸਵ ਦੇ ਇਸ ਮੌਕੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਇਸ ਸੰਬੋਧਨ ਦੇ ਨਾਲ ਹੀ ਇਸ ਉਤਸਵ ਦਾ समापन होया। जौन धरती पे हमारी रानी लक्ष्मीबाई जी ने आजादी के लाने अपना सबई नौछावर कर दो, वह धरती के बासियन को हमाओ हाथ जोड़ के प्रणाम पहुंचे। झांसी ने तो आजादी की अलग जगाई हती। इतई की माटी के कन कन में वीरता और देश प्रेम बसो है। झांसी की वीरांगना रानी लक्ष्मीबाई जी को हमाओ कोटि कोटि नमन। प्रोग्राम विच अपने नाल हाज़र उत्तर प्रदेश के राजपाल श्रीमती आनंदीबेन पटेल, उत्तर प्रदेश के ऊर्जावान कर्मयोगी मुख्यमंत्री श्रीमान योगी आदित्यनाथ जी, देश के रक्षा मंत्री अते इस सूबे के सन्मानित प्रतिनिधि अते मेरे बहुत सत्कारत सहयोगी श्रीमान राजनाथ सिंह जी, रक्षा राज मंत्री श्री अजय भट्ट जी, MSME राज मंत्री श्री भानु प्रताप वर्मा जी, सारे बाकी अधिकारी साहिबान, NCC कैडेट्स अते आलुमनाई अते हाज़र साथियों, झांसी दी इस वीर भूमि उत्ते कदम रखते ही अजिहा कौन होवेगा जिस दे शरीर विच बिजली ना दौड़ जाती होवे। अजिहा कौन होवेगा इत्थे जिहदे कन्नां विच मैं मेरी झांसी नहीं देवांगी दी गर्जना ना गूंजदी होवे। अजिहा कौन होवेगा जिसनूं इत्थों दी धूड़ दे कणां तो लैके आकाश दे विशाल खला तक साक्षात रण चंडी दे दैवी दर्शन ना हुंदे होण। अते अज तां सूरबीरता ते बहादुरी दी सिखर अपनी राणी लक्ष्मीबाई जी दी जन्म जयंती भी है। अज झांसी दी धरती आज़ादी दे शानदार अमृत महोत्सव की गवाह बन रही है। अते अज इस धरती ते एक नवा मजबूत अते समर्थावान भारत आकार ले रहा है। अजिहे विच अज झांसी विखे आके मैं किमें महसूस कर रहा हाँ, इसदा प्रगटावा शब्दां विच आसान नहीं है, पर मैं वेख सकदा हां राष्ट्र भगती दी जो लहर मेरी झांसी दा जो मनोभाव मेरे मन विच उठ रहा है, वो बुंदेलखंड दे जन जन दी ऊर्जा है, उन्हां दी प्रेरणा है। मैं इस जागृत चेतना नूं महसूस भी कर रहा हाँ अते झांसी नूं बोलदे होए सुन भी रहा हाँ। ये झांसी राणी लक्ष्मीबाई दी धरती बोल रही है।
मैं तीर्थस्थली वीरों की, मैं क्रांतिकारियों की काशी, मैं तीर्थस्थली वीरों की, मैं क्रांतिकारियों की काशी, मैं हूं झांसी, मैं हूं झांसी, मैं हूं झांसी, मैं हूं झांसी। ਮੇਰੇ ਉੱਪਰ ਮਾਂ ਭਾਰਤੀ ਦਾ ਅਨੰਤ ਆਸ਼ੀਰਵਾਦ ਹੈ। ਕ੍ਰਾਂਤੀਕਾਰੀਆਂ ਦੀ ਇਸ ਕਾਸ਼ੀ, ਝਾਂਸੀ ਦਾ ਅਥਾਹ ਪਿਆਰ ਮੈਨੂੰ ਹਮੇਸ਼ਾ ਮਿਲਿਆ ਹੈ ਅਤੇ ਇਹ ਵੀ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਝਾਂਸੀ ਦੀ ਰਾਣੀ ਦੀ ਜਨਮ ਸਥਲੀ ਕਾਸ਼ੀ ਦੀ ਨੁਮਾਇੰਦਗੀ ਕਰਦਾ ਹਾਂ। ਮੈਨੂੰ ਕਾਸ਼ੀ ਦੀ ਸੇਵਾ ਦਾ ਮੌਕਾ ਮਿਲਿਆ ਹੈ। ਇਸੇ ਲਈ ਇਸ ਧਰਤੀ ਤੇ ਆ ਕੇ ਮੈਨੂੰ ਇੱਕ ਖਾਸ ਭਾਵਨਾ ਦਾ ਅਹਿਸਾਸ ਹੁੰਦਾ ਹੈ, ਇੱਕ ਖਾਸ ਆਪਣਾਪਣ ਲੱਗਦਾ ਹੈ। ਇਸੇ ਅਹਿਸਾਨਮੰਦ ਭਾਵ ਨਾਲ ਮੈਂ ਝਾਂਸੀ ਨੂੰ ਨਮਨ ਕਰਦਾ ਹਾਂ। ਵੀਰ ਵੀਰਾਂਗਣਾ ਦੀ ਧਰਤੀ ਬੁੰਦੇਲਖੰਡ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਸਾਥੀਓ, ਅੱਜ ਗੁਰੂ ਨਾਨਕ ਦੇਵ ਜੀ ਦੀ ਜਯੰਤੀ ਹੈ। ਕੱਤੇ ਦੀ ਪੁੰਨਿਆ ਦੇ ਨਾਲੋਂ ਨਾਲ ਦੇਵ ਦੀਵਾਲੀ ਵੀ ਹੈ। ਮੈਂ ਗੁਰੂ ਨਾਨਕ ਦੇਵ ਜੀ ਨੂੰ ਨਮਨ ਕਰਦੇ ਹੋਏ ਸਾਰੇ ਦੇਸ਼ ਵਾਸੀਆਂ ਨੂੰ ਇਸ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਦੇਵ ਦੀਵਾਲੀ ਮੌਕੇ ਕਾਸ਼ੀ ਇੱਕ ਅਨੂਠੇ ਦੇਵੀ ਪ੍ਰਕਾਸ਼ ਨਾਲ ਸਜਦੀ ਹੈ। ਆਪਣੇ ਸ਼ਹੀਦਾਂ ਦੇ ਲਈ ਗੰਗਾ ਦੇ ਘਾਟਾਂ ਉੱਤੇ ਦੀਵੇ ਜਗਾਏ ਜਾਂਦੇ ਨੇ। ਪਿਛਲੀ ਵਾਰ ਮੈਂ ਦੇਵ ਦੀਵਾਲੀ ਮੌਕੇ ਕਾਸ਼ੀ ਵਿਖੇ ਹੀ ਸੀ ਅਤੇ ਅੱਜ ਰਾਸ਼ਟਰ ਰੱਖਿਆ ਸਮਰਪਣ ਪਰਵ ਉੱਤੇ ਝਾਂਸੀ ਵਿਖੇ ਹਾਂ। ਮੈਂ ਝਾਂਸੀ ਦੀ ਧਰਤੀ ਤੋਂ ਆਪਣੀ ਕਾਸ਼ੀ ਦੇ ਲੋਕਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਭਰਾਵੋ ਤੇ ਭੈਣੋ, ਇਹ ਧਰਤੀ ਰਾਣੀ ਲక్ష్ਮੀ ਬਾਈ ਦੀ ਅਨਿੱਖੜਵੀਂ ਸਹਿਯੋਗੀ ਰਹੀ। ਵੀਰਾਂਗਣਾ ਝਲਕਾਰੀ ਬਾਈ ਦੀ ਵੀਰਤਾ ਅਤੇ ਸੈਨਿਕ ਕੁਸ਼ਲਤਾ ਦੀ ਵੀ ਗਵਾਹ ਰਹੀ ਹੈ। ਮੈਂ 1857 ਦੇ ਸੁਤੰਤਰਤਾ ਸੰਗਰਾਮ ਦੀ ਉਸ ਅਮਰ ਵੀਰਾਂਗਣਾ ਦੇ ਚਰਨਾਂ ਵਿੱਚ ਵੀ ਆਦਰਪੂਰਵਕ ਨਮਨ ਕਰਦਾ ਹਾਂ, ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਮੈਂ ਨਮਨ ਕਰਦਾ ਹਾਂ ਇਸ ਧਰਤੀ ਤੋਂ ਭਾਰਤੀ ਸੂਰਬੀਰਤਾ ਅਤੇ ਸੱਭਿਆਚਾਰ ਦੀ ਅਮਰ ਗਾਥਾਵਾਂ ਲਿਖਣ ਵਾਲੇ ਚੰਦੇਲਾਂ ਬੁੰਦੇਲਾਂ ਨੂੰ, ਜਿਨ੍ਹਾਂ ਨੇ ਭਾਰਤ ਦੀ ਬਹਾਦਰੀ ਦਾ ਲੋਹਾ ਮਨਵਾਇਆ। ਮੈਂ ਨਮਨ ਕਰਦਾ ਹਾਂ ਬੁੰਦੇਲਖੰਡ ਦੇ ਮਾਣ ਉਹਨਾਂ ਬਹਾਦਰ ਆਲਾ ਉਦਲ ਨੂੰ ਜੋ ਅੱਜ ਵੀ ਮਾਤ ਭੂਮੀ ਦੀ ਰਾਖੀ ਦੇ ਲਈ ਤਿਆਗ ਅਤੇ ਬਲੀਦਾਨ ਦੇ ਪ੍ਰਤੀਕ ਹਨ। ਅਜਿਹੇ ਕਿੰਨੇ ਹੀ ਅਮਰ ਸੈਨਾਨੀ, ਮਹਾਨ ਕ੍ਰਾਂਤੀਕਾਰੀ, ਯੁੱਗ ਨਾਇਕ ਅਤੇ ਯੁੱਗ ਨਾਇਕਾਵਾਂ ਰਹੀਆਂ ਨੇ, ਜਿਨ੍ਹਾਂ ਦਾ ਇਸ ਝਾਂਸੀ ਨਾਲ ਖਾਸ ਰਿਸ਼ਤਾ ਰਿਹਾ ਹੈ, ਜਿਨ੍ਹਾਂ ਨੇ ਇਥੋਂ ਪ੍ਰੇਰਣਾ ਪਾਈ ਹੈ। ਮੈਂ ਉਹਨਾਂ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਵੀ ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ। ਰਾਣੀ ਲక్ష్ਮੀ ਬਾਈ ਦੀ ਸੈਨਾ ਵਿੱਚ ਉਹਨਾਂ ਦੇ ਸੰਗ ਲੜਨ ਵਾਲੇ, ਬਲੀਦਾਨ ਦੇਣ ਵਾਲੇ ਆਪ ਸਭ ਲੋਕਾਂ ਦੇ ਹੀ ਤਾਂ ਪੂਰਵਜ ਸਨ। ਇਸ ਧਰਤੀ ਦੀਆਂ ਆਪ ਸਭ ਸੰਤਾਨਾਂ ਦੇ ਮਾਧਿਅਮ ਨਾਲ ਮੈਂ ਉਹਨਾਂ ਬਲੀਦਾਨੀਆਂ ਨੂੰ ਵੀ ਨਮਨ ਕਰਦਾ ਹਾਂ, ਵੰਦਨ ਕਰਦਾ ਹਾਂ। ਸਾਥੀਓ, ਅੱਜ ਮੈਂ ਝਾਂਸੀ ਦੇ ਇੱਕ ਹੋਰ ਸਪੂਤ ਮੇਜਰ ਧਿਆਨ ਚੰਦ ਜੀ ਨੂੰ ਵੀ ਯਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਭਾਰਤ ਦੇ ਖੇਡ ਜਗਤ ਨੂੰ ਦੁਨੀਆ ਵਿੱਚ ਪਹਿਚਾਣ ਦਿੱਤੀ। ਹੁਣੇ ਕੁਝ ਸਮਾਂ ਪਹਿਲਾਂ ਹੀ ਸਾਡੀ ਸਰਕਾਰ ਨੇ ਦੇਸ਼ ਦੇ ਖੇਡ ਰਤਨ ਅਵਾਰਡਸ ਨੂੰ ਮੇਜਰ ਧਿਆਨ ਚੰਦ ਜੀ ਦੇ ਨਾਂ ਤੇ ਰੱਖਣ ਦਾ ਐਲਾਨ ਕੀਤਾ ਹੈ।
ਝਾਂਸੀ ਦੇ ਬੇਟੇ ਦਾ, ਝਾਂਸੀ ਦਾ ਸਨਮਾਨ ਸਾਨੂੰ ਸਭ ਨੂੰ ਮਾਣ ਮਹਿਸੂਸ ਕਰਵਾਉਂਦਾ ਹੈ। ਸਾਥੀਓ, ਇੱਥੇ ਆਉਣ ਤੋਂ ਪਹਿਲਾਂ ਮੈਂ ਮਹੋਬਾ ਵਿਖੇ ਸੀ, ਜਿੱਥੇ ਬੁੰਦੇਲਖੰਡ ਦੀ ਜਲ ਸਮੱਸਿਆ ਦੇ ਹੱਲ ਦੇ ਲਈ ਪਾਣੀ ਨਾਲ ਸੰਬੰਧਿਤ ਯੋਜਨਾਵਾਂ ਅਤੇ ਦੂਜੀਆਂ ਵਿਕਾਸ ਪਰਿਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦਾ ਮੌਕਾ ਮੈਨੂੰ ਮਿਲਿਆ। ਅਤੇ ਹੁਣ ਝਾਂਸੀ ਵਿਖੇ ਰਾਸ਼ਟਰ ਰੱਖਿਆ ਸਮਰਪਣ ਪਰਵ ਦਾ ਹਿੱਸਾ ਬਣ ਰਿਹਾ ਹਾਂ। ਇਹ ਪਰਵ ਅੱਜ ਝਾਂਸੀ ਤੋਂ ਦੇਸ਼ ਦੇ ਰੱਖਿਆ ਖੇਤਰ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰ ਰਿਹਾ ਹੈ। ਹੁਣੇ ਇੱਥੇ 400 ਕਰੋੜ ਰੁਪਏ ਦੇ ਭਾਰਤ ਡਾਇਨਾਮਿਕ ਲਿਮਿਟਿਡ ਦੇ ਇੱਕ ਨਵੇਂ ਪਲਾਂਟ ਦਾ ਨੀਂਹ ਪੱਥਰ ਰੱਖਿਆ ਹੈ। ਇਸ ਨਾਲ ਯੂਪੀ ਡਿਫੈਂਸ ਕੋਰੀਡੋਰ ਦੇ ਝਾਂਸੀ ਨੋਡ ਨੂੰ ਨਵੀਂ ਪਹਿਚਾਣ ਮਿਲੇਗੀ। ਝਾਂਸੀ ਵਿੱਚ ਐਂਟੀ ਟੈਂਕ ਮਿਜ਼ਾਈਲ ਦੇ ਲਈ ਉਪਕਰਣ ਬਣਨਗੇ, ਜਿਸ ਨਾਲ ਸਰਹੱਦਾਂ ਤੇ ਆਪਣੇ ਜਵਾਨਾਂ ਨੂੰ ਨਵੀਂ ਤਾਕਤ, ਨਵਾਂ ਵਿਸ਼ਵਾਸ ਅਤੇ ਇਸ ਦਾ ਨਤੀਜਾ ਸਿੱਧਾ ਹੀ ਹੋਵੇਗਾ ਕਿ ਦੇਸ਼ ਦੀਆਂ ਸਰਹੱਦਾਂ ਹੋਰ ਜ਼ਿਆਦਾ ਸੁਰੱਖਿਅਤ ਹੋਣਗੀਆਂ। ਸਾਥੀਓ, ਇਸ ਦੇ ਨਾਲ ਹੀ ਅੱਜ ਭਾਰਤ ਵਿੱਚ ਬਣੇ ਸਵਦੇਸ਼ੀ ਲਾਈਟ ਕੰਬੈਟ ਹੈਲੀਕਾਪਟਰਸ, ਡਰੋਨਸ ਅਤੇ ਇਲੈਕਟ੍ਰੋਨਿਕ ਵਾਰਫੇਅਰ ਸਿਸਟਮ ਵੀ ਸਾਡੀਆਂ ਸੈਨਾਵਾਂ ਨੂੰ ਸਮਰਪਿਤ ਕੀਤੇ ਗਏ ਨੇ। ਇਹ ਅਜਿਹਾ ਲਾਈਟ ਕੰਬੈਟ ਹੈਲੀਕਾਪਟਰ ਹੈ ਜੋ ਲਗਭਗ 16,500 ਫੁੱਟ ਦੀ ਉਚਾਈ ਤੇ ਉੱਡ ਸਕਦਾ ਹੈ। ਇਹ ਨਵੇਂ ਭਾਰਤ ਦੀ ਤਾਕਤ ਹੈ, ਆਤਮ ਨਿਰਭਰ ਭਾਰਤ ਦੀ ਪ੍ਰਾਪਤੀ ਹੈ, ਜਿਸ ਦੀ ਗਵਾਹ ਸਾਡੀ ਇਹ ਬਹਾਦਰ ਝਾਂਸੀ ਬਣ ਰਹੀ ਹੈ। ਸਾਥੀਓ, ਅੱਜ ਇੱਕ ਪਾਸੇ ਸਾਡੀਆਂ ਸੈਨਾਵਾਂ ਦੀ ਤਾਕਤ ਵੱਧ ਰਹੀ ਹੈ, ਤਾਂ ਨਾਲ ਹੀ ਭਵਿੱਖ ਵਿੱਚ ਦੇਸ਼ ਦੀ ਰਾਖੀ ਦੇ ਲਈ ਸਮਰੱਥ ਨੌਜਵਾਨਾਂ ਦੇ ਲਈ ਜ਼ਮੀਨ ਵੀ ਤਿਆਰ ਹੋ ਰਹੀ ਹੈ। ਇਹ 100 ਸੈਨਿਕ ਸਕੂਲ ਜਿਨ੍ਹਾਂ ਦੀ ਸ਼ੁਰੂਆਤ ਹੋਵੇਗੀ, ਇਹ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਭਵਿੱਖ ਤਾਕਤਵਰ ਹੱਥਾਂ ਵਿੱਚ ਦੇਣ ਦਾ ਕੰਮ ਕਰਨਗੇ। ਸਾਡੀ ਸਰਕਾਰ ਨੇ ਸੈਨਿਕ ਸਕੂਲਾਂ ਵਿੱਚ ਬੇਟੀਆਂ ਦੇ ਦਾਖਲੇ ਦੀ ਵੀ ਸ਼ੁਰੂਆਤ ਕੀਤੀ ਹੈ। 33 ਸੈਨਿਕ ਸਕੂਲਾਂ ਵਿੱਚ ਇਸ ਸੈਸ਼ਨ ਤੋਂ ਗਰਲਜ਼ ਸਟੂਡੈਂਟਸ ਦੀ ਐਡਮਿਸ਼ਨ ਸ਼ੁਰੂ ਵੀ ਹੋ ਗਈ ਹੈ। ਭਾਵ ਹੁਣ ਸੈਨਿਕ ਸਕੂਲਾਂ ਤੋਂ ਰਾਣੀ ਲక్ష్ਮੀ ਬਾਈ ਵਰਗੀਆਂ ਬੇਟੀਆਂ ਵੀ ਨਿਕਲਣਗੀਆਂ, ਜੋ ਦੇਸ਼ ਦੀ ਰੱਖਿਆ, ਸੁਰੱਖਿਆ ਅਤੇ ਵਿਕਾਸ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕਣਗੀਆਂ। ਇਹਨਾਂ ਸਭ ਉਪਰਾਲਿਆਂ ਦੇ ਨਾਲ ਹੀ ਐਨਸੀਸੀ ਐਲੂਮਨੀ ਐਸੋਸੀਏਸ਼ਨ ਅਤੇ ਐਨਸੀਸੀ ਕੈਡਿਟਸ ਦੇ ਲਈ ਨੈਸ਼ਨਲ ਪ੍ਰੋਗਰਾਮ ਆਫ ਸਿਮੂਲੇਸ਼ਨ ਟ੍ਰੇਨਿੰਗ ਇਹ ਰਾਸ਼ਟਰ ਰੱਖਿਆ ਸਮਰਪਣ ਪਰਵ ਦੀ ਭਾਵਨਾ ਨੂੰ ਸਾਕਾਰ ਕਰੇਗਾ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਰੱਖਿਆ ਮੰਤਰਾਲੇ ਨੇ, ਐਨਸੀਸੀ ਨੇ ਮੈਨੂੰ ਮੇਰੇ ਬਚਪਨ ਦੀਆਂ ਯਾਦਾਂ ਯਾਦ ਕਰਵਾ ਦਿੱਤੀਆਂ। ਮੈਨੂੰ ਫੇਰ ਤੋਂ ਇੱਕ ਵਾਰ ਐਨਸੀਸੀ ਦਾ ਉਹ ਰੋਬ, ਐਨਸੀਸੀ ਦਾ ਇੱਕ ਮਿਜਾਜ਼ ਉਸ ਨਾਲ ਜੋੜ ਦਿੱਤਾ। ਮੈਂ ਹੁਣ ਦੇਸ਼ ਭਰ ਵਿੱਚ ਉਹਨਾਂ ਸਭ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਜੇਕਰ ਕਦੇ ਐਨਸੀਸੀ ਦੇ ਕੈਡਿਟ ਦੇ ਰੂਪ ਵਿੱਚ ਰਹੇ ਹੋ, ਆਪ ਜ਼ਰੂਰ ਇਸ ਐਲੂਮਨੀ ਐਸੋਸੀਏਸ਼ਨ ਦਾ ਹਿੱਸਾ ਬਣੋ ਅਤੇ ਆਓ ਆਪਾਂ ਸਾਰੇ ਪੁਰਾਣੇ ਐਨਸੀਸੀ ਕੈਡਿਟਸ ਦੇਸ਼ ਦੇ ਲਈ ਅੱਜ ਜਿੱਥੇ ਵੀ ਹੋਈਏ, ਜੋ ਵੀ ਕੰਮ ਕਰਦੇ ਹੋਈਏ, ਕੁਝ ਨਾ ਕੁਝ ਦੇਸ਼ ਦੇ ਲਈ ਕਰਨ ਦਾ ਸੰਕਲਪ ਕਰੀਏ, ਮਿਲ ਕੇ ਕਰੀਏ। ਜਿਸ ਐਨਸੀਸੀ ਨੇ ਸਾਨੂੰ ਨਿਸ਼ਾਨਾ ਲਗਾਉਣਾ ਸਿਖਾਇਆ, ਜਿਸ ਐਨਸੀਸੀ ਨੇ ਸਾਨੂੰ ਸਾਹਸ ਸਿਖਾਇਆ, ਜਿਸ ਐਨਸੀਸੀ ਨੇ ਸਾਨੂੰ ਰਾਸ਼ਟਰ ਦੇ ਸਵੈ ਮਾਣ ਲਈ ਜਿਉਣ ਦਾ
ਸਬਕ ਸਿਖਾਇਆ। ਅਜਿਹੇ ਸੰਸਕਾਰਾਂ ਨੂੰ ਹੁਣ ਦੇਸ਼ ਦੇ ਲਈ ਅਸੀਂ ਵੀ ਉਜਾਗਰ ਕਰੀਏ। ਐਨਸੀਸੀ ਦੇ ਕੈਡਿਟਸ ਦੇ ਜਜ਼ਬੇ ਦਾ, ਉਹਨਾਂ ਦੇ ਸਮਰਪਣ ਦਾ ਲਾਭ ਹੁਣ ਦੇਸ਼ ਦੇ ਬਾਰਡਰ ਅਤੇ ਕੋਸਟਲ ਏਰੀਆ ਨੂੰ ਅਸਰਦਾਰ ਤਰੀਕੇ ਨਾਲ ਮਿਲੇਗਾ। ਅੱਜ ਪਹਿਲਾ ਐਨਸੀਸੀ ਐਲੂਮਨੀ ਮੈਂਬਰਸ਼ਿਪ ਕਾਰਡ ਮੈਨੂੰ ਦੇਣ ਲਈ ਮੈਂ ਆਪ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਮੇਰੇ ਲਈ ਇਹ ਮਾਣ ਦਾ ਵਿਸ਼ਾ ਹੈ। ਸਾਥੀਓ, ਇੱਕ ਹੋਰ ਬਹੁਤ ਅਹਿਮ ਸ਼ੁਰੂਆਤ ਅੱਜ ਝਾਂਸੀ ਦੀ ਬਲੀਦਾਨੀ ਮਿੱਟੀ ਤੋਂ ਹੋ ਰਹੀ ਹੈ। ਅੱਜ ਨੈਸ਼ਨਲ ਵਾਰ ਮੈਮੋਰੀਅਲ ਤੇ ਡਿਜੀਟਲ ਕੀਓਸਕ ਨੂੰ ਵੀ ਲਾਂਚ ਕੀਤਾ ਜਾ ਰਿਹਾ ਹੈ। ਹੁਣ ਸਾਰੇ ਦੇਸ਼ਵਾਸੀ ਆਪਣੇ ਸ਼ਹੀਦਾਂ ਨੂੰ, ਵਾਰ ਹੀਰੋਜ਼ ਨੂੰ ਮੋਬਾਈਲ ਐਪ ਦੇ ਰਾਹੀਂ ਆਪਣੀ ਸ਼ਰਧਾਂਜਲੀ ਦੇ ਸਕਣਗੇ। ਪੂਰੇ ਦੇਸ਼ ਦੇ ਨਾਲ ਇੱਕੋ ਪਲੇਟਫਾਰਮ ਭਾਵਨਾਤਮਕ ਰੂਪ ਨਾਲ ਜੁੜ ਸਕਣਗੇ। ਇਹਨਾਂ ਸਭ ਦੇ ਨਾਲ ਹੀ ਅੱਜ ਯੂਪੀ ਸਰਕਾਰ ਦੁਆਰਾ ਅਟਲ ਏਕਤਾ ਪਾਰਕ ਅਤੇ 600 ਮੈਗਾਵਾਟ ਦਾ ਅਲਟਰਾ ਮੈਗਾ ਸੋਲਰ ਪਾਰਕ ਪਾਵਰ ਪਾਰਕ ਵੀ ਇਹ ਵੀ ਝਾਂਸੀ ਨੂੰ ਸਮਰਪਿਤ ਕੀਤਾ ਗਿਆ ਹੈ। ਅੱਜ ਜਦੋਂ ਦੁਨੀਆ ਪ੍ਰਦੂਸ਼ਣ ਅਤੇ ਵਾਤਾਵਰਣ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ, ਤਦ ਸੋਲਰ ਪਾਵਰ ਪਾਰਕ ਵਰਗੀਆਂ ਪ੍ਰਾਪਤੀਆਂ ਦੇਸ਼ ਅਤੇ ਪ੍ਰਦੇਸ਼ ਦੇ ਦੂਰਦਰਸ਼ੀ ਵਿਜ਼ਨ ਦਾ ਉਦਾਹਰਣ ਹਨ। ਮੈਂ ਵਿਕਾਸ ਦੀਆਂ ਇਹਨਾਂ ਪ੍ਰਾਪਤੀਆਂ ਦੇ ਲਈ, ਲਗਾਤਾਰ ਚੱਲ ਰਹੀਆਂ ਕਾਰਜ ਯੋਜਨਾਵਾਂ ਦੇ ਲਈ ਵੀ ਆਪ ਸਭ ਨੂੰ ਵਧਾਈ ਦਿੰਦਾ ਹਾਂ। ਸਾਥੀਓ, ਮੇਰੇ ਪਿੱਛੇ ਇਤਿਹਾਸਕ ਝਾਂਸੀ ਦਾ ਕਿਲਾ ਇਸ ਗੱਲ ਦਾ ਜਿਉਂਦਾ ਜਾਗਦਾ ਗਵਾਹ ਹੈ ਕਿ ਭਾਰਤ ਕਦੇ ਕੋਈ ਲੜਾਈ, ਸੂਰਬੀਰਤਾ ਅਤੇ ਬਹਾਦਰੀ ਦੀ ਘਾਟ ਕਰਕੇ ਨਹੀਂ ਹਾਰਿਆ। ਰਾਣੀ ਲక్ష్ਮੀ ਬਾਈ ਦੇ ਕੋਲ ਜੇਕਰ ਅੰਗਰੇਜ਼ਾਂ ਦੇ ਬਰਾਬਰ ਸੰਸਾਧਨ ਅਤੇ ਆਧੁਨਿਕ ਹਥਿਆਰ ਹੁੰਦੇ ਤਾਂ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਸ਼ਾਇਦ ਕੁਝ ਹੋਰ ਹੁੰਦਾ। ਜਦ ਸਾਨੂੰ ਆਜ਼ਾਦੀ ਮਿਲੀ ਤਦ ਸਾਡੇ ਕੋਲ ਮੌਕਾ ਸੀ, ਤਜਰਬਾ ਵੀ ਸੀ। ਦੇਸ਼ ਨੂੰ ਸਰਦਾਰ ਪਟੇਲ ਦੇ ਸੁਪਨਿਆਂ ਦਾ ਭਾਰਤ ਬਣਾਉਣਾ, ਆਤਮ ਨਿਰਭਰ ਭਾਰਤ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। ਇਹੀ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਦੇਸ਼ ਦਾ ਸੰਕਲਪ ਹੈ, ਦੇਸ਼ ਦਾ ਨਿਸ਼ਾਨਾ ਹੈ। ਅਤੇ ਬੁੰਦੇਲਖੰਡ ਵਿੱਚ ਯੂਪੀ ਡਿਫੈਂਸ ਇੰਡਸਟਰੀਅਲ ਕੋਰੀਡੋਰ ਇਸ ਅਭਿਆਨ ਵਿੱਚ ਸਾਰਥੀ ਦੀ ਭੂਮਿਕਾ ਨਿਭਾਉਣ ਜਾ ਰਿਹਾ ਹੈ। ਜੋ ਬੁੰਦੇਲਖੰਡ ਕਦੇ ਭਾਰਤ ਦੀ ਵੀਰਤਾ ਅਤੇ ਸਾਹਸ ਦੇ ਲਈ ਜਾਣਿਆ ਜਾਂਦਾ ਸੀ, ਉਸ ਦੀ ਪਹਿਚਾਣ ਹੁਣ ਭਾਰਤ ਦੀ ਸੰਪੂਰਨ ਸਮਰੱਥਾ ਦੇ ਕੇਂਦਰ ਦੇ ਤੌਰ ਤੇ ਵੀ ਹੋਵੇਗੀ। ਬੁੰਦੇਲਖੰਡ ਐਕਸਪ੍ਰੈਸਵੇ ਇਸ ਖੇਤਰ ਦੇ ਵਿਕਾਸ ਦਾ ਐਕਸਪ੍ਰੈਸ ਬਣੇਗਾ, ਇਹ ਮੇਰੇ ਤੇ ਭਰੋਸਾ ਰੱਖਣਾ। ਅੱਜ ਇੱਥੇ ਮਿਜ਼ਾਈਲ ਟੈਕਨੋਲੋਜੀ ਨਾਲ ਜੁੜੀ ਇੱਕ ਕੰਪਨੀ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਕਈ ਹੋਰ ਕੰਪਨੀਆਂ ਵੀ ਆਉਣਗੀਆਂ। ਸਾਥੀਓ, ਲੰਮੇ ਸਮੇਂ ਤੋਂ ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਹਥਿਆਰ ਅਤੇ ਇੱਕ ਤਰ੍ਹਾਂ ਨਾਲ ਸਾਡੀ ਕੀ ਪਹਿਚਾਣ ਬਣ ਗਈ ਸੀ? ਸਾਡੀ ਪਹਿਚਾਣ ਇੱਕੋ ਬਣ ਗਈ ਸੀ, ਹਥਿਆਰ ਖਰੀਦਾਰ ਦੇਸ਼। ਸਾਡੀ ਗਿਣਤੀ ਇਸੇ ਵਿੱਚ ਰਹਿ ਰਹੀ ਸੀ। ਪਰ ਅੱਜ ਦੇਸ਼ ਦਾ ਮੰਤਰ ਹੈ ਮੇਕ ਇਨ ਇੰਡੀਆ, ਮੇਕ ਫॉर ਵਰਲਡ। ਅੱਜ ਭਾਰਤ ਆਪਣੀਆਂ ਸੈਨਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੰਮ ਕਰ ਰਿਹਾ ਹੈ। ਅਸੀਂ ਦੇਸ਼ ਦੇ ਡਿਫੈਂਸ ਸੈਕਟਰ ਤੋਂ
ਦੇਸ਼ ਦੇ ਪ੍ਰਾਈਵੇਟ ਸੈਕਟਰ ਦੇ ਟੈਲੈਂਟ ਨੂੰ ਵੀ ਜੋੜ ਰਹੇ ਹਾਂ। ਨਵੇਂ ਸਟਾਰਟਅਪਸ ਨੂੰ ਹੁਣ ਇਸ ਖੇਤਰ ਵਿੱਚ ਵੀ ਆਪਣਾ ਕਮਾਲ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ ਅਤੇ ਇਹਨਾਂ ਸਭ ਵਿੱਚ ਯੂਪੀ ਡਿਫੈਂਸ ਕੋਰੀਡੋਰ ਦਾ ਝਾਂਸੀ ਨੋਡ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ। ਇਸ ਦਾ ਅਰਥ ਹੈ ਇੱਥੋਂ ਦੀ MSME ਇੰਡਸਟਰੀ ਦੇ ਲਈ, ਛੋਟੇ ਉਦਯੋਗਾਂ ਦੇ ਲਈ ਨਵੀਆਂ ਸੰਭਾਵਨਾਵਾਂ ਤਿਆਰ ਹੋਣਗੀਆਂ। ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਮਿਲਣਗੇ ਅਤੇ ਇਸ ਦਾ ਅਰਥ ਹੈ ਜੋ ਖੇਤਰ ਕੁਝ ਸਾਲ ਪਹਿਲਾਂ ਤੱਕ ਗਲਤ ਨੀਤੀਆਂ ਦੇ ਕਾਰਨ ਪਲਾਇਨ ਤੋਂ ਪੀੜਤ ਸੀ, ਉਹ ਹੁਣ ਨਵੀਆਂ ਸੰਭਾਵਨਾਵਾਂ ਦੇ ਕਾਰਨ ਨਿਵੇਸ਼ਕਾਂ ਦੀ ਖਿੱਚ ਦਾ ਕੇਂਦਰ ਬਣੇਗਾ। ਦੇਸ਼ ਵਿਦੇਸ਼ ਤੋਂ ਲੋਕ ਬੁੰਦੇਲਖੰਡ ਆਉਣਗੇ। ਬੁੰਦੇਲਖੰਡ ਦੀ ਜਿਸ ਧਰਤੀ ਨੂੰ ਕਦੇ ਘੱਟ ਵਰਖਾ ਅਤੇ ਸੋਕੇ ਦੇ ਕਾਰਨ ਬੰਜਰ ਮੰਨਿਆ ਜਾਣ ਲੱਗਿਆ ਸੀ, ਉੱਥੇ ਅੱਜ ਤਰੱਕੀ ਦੇ ਬੀਜ ਪੁੰਗਰ ਰਹੇ ਨੇ। ਸਾਥੀਓ, ਦੇਸ਼ ਨੇ ਇਹ ਵੀ ਤੈਅ ਕੀਤਾ ਹੈ ਕਿ ਰੱਖਿਆ ਬਜਟ ਤੋਂ ਜੋ ਹਥਿਆਰ ਉਪਕਰਨਾਂ ਦੀ ਖਰੀਦ ਹੋਵੇਗੀ, ਉਸ ਵਿੱਚੋਂ ਵੱਡਾ ਹਿੱਸਾ ਮੇਕ ਇਨ ਇੰਡੀਆ ਉਪਕਰਨਾਂ ਉੱਪਰ ਹੀ ਖਰਚ ਹੋਵੇਗਾ। ਰੱਖਿਆ ਮੰਤਰਾਲੇ ਨੇ 200 ਤੋਂ ਵੱਧ ਅਜਿਹੇ ਉਪਕਰਨਾਂ ਦੀ ਸੂਚੀ ਵੀ ਜਾਰੀ ਕੀਤੀ ਹੈ ਜੋ ਹੁਣ ਦੇਸ਼ ਵਿੱਚੋਂ ਹੀ ਖਰੀਦੇ ਜਾਣਗੇ, ਬਾਹਰੋਂ ਲਿਆ ਹੀ ਨਹੀਂ ਸਕਦੇ ਹੋ। ਉਹਨਾਂ ਨੂੰ ਵਿਦੇਸ਼ ਤੋਂ ਖਰੀਦਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਾਥੀਓ, ਸਾਡੇ ਆਦਰਸ਼ ਰਾਣੀ ਲక్ష్ਮੀ ਬਾਈ, ਝਲਕਾਰੀ ਬਾਈ, ਆਵੰਤੀ ਬਾਈ, ਊਦਾ ਦੇਵੀ ਵਰਗੀਆਂ ਅਨੇਕ ਵੀਰਾਂਗਣਾ ਹਨ। ਸਾਡੇ ਆਦਰਸ਼ ਲੌਹ ਪੁਰਸ਼ ਸਰਦਾਰ ਪਟੇਲ, ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ ਜੀ ਵਰਗੀਆਂ ਮਹਾਨ ਆਤਮਾਵਾਂ ਹਨ। ਇਸੇ ਲਈ ਅੱਜ ਅੰਮ੍ਰਿਤ ਮਹੋਤਸਵ ਵਿੱਚ ਆਪਾਂ ਇਕੱਠੇ ਹੋਣਾ ਹੈ, ਇਕਜੁੱਟ ਹੋ ਕੇ ਦੇਸ਼ ਦੀ ਏਕਤਾ ਅਖੰਡਤਾ ਦੇ ਲਈ, ਆਪਣੀ ਸਭ ਦੀ ਏਕਤਾ ਦੇ ਲਈ ਸੰਕਲਪ ਲੈਣਾ ਹੈ। ਆਪਾਂ ਵਿਕਾਸ ਅਤੇ ਤਰੱਕੀ ਦੇ ਲਈ ਸੰਕਲਪ ਲੈਣਾ ਹੈ। ਜਿਵੇਂ ਅੰਮ੍ਰਿਤ ਮਹੋਤਸਵ ਵਿੱਚ ਅੱਜ ਰਾਣੀ ਲక్ష్ਮੀ ਬਾਈ ਨੂੰ ਦੇਸ਼ ਇੰਨੇ ਸ਼ਾਨਦਾਰ ਤਰੀਕੇ ਨਾਲ ਯਾਦ ਕਰ ਰਿਹਾ ਹੈ, ਇਸੇ ਤਰ੍ਹਾਂ ਹੀ ਬੁੰਦੇਲਖੰਡ ਦੇ ਅਨੇਕ ਬੇਟੇ ਬੇਟੀਆਂ ਨੂੰ ਮੈਂ ਇੱਥੋਂ ਦੇ ਨੌਜਵਾਨਾਂ ਨੂੰ ਸੱਦਾ ਦੇਵਾਂਗਾ, ਅੰਮ੍ਰਿਤ ਮਹੋਤਸਵ ਵਿੱਚ ਇਹਨਾਂ ਬਲੀਦਾਨੀਆਂ ਦੇ ਇਤਿਹਾਸ ਨੂੰ, ਇਸ ਧਰਤੀ ਦੇ ਪ੍ਰਤਾਪ ਨੂੰ ਦੇਸ਼ ਅਤੇ ਦੁਨੀਆ ਦੇ ਸਾਹਮਣੇ ਲੈ ਕੇ ਆਓ। ਮੈਨੂੰ ਪੂਰਾ ਭਰੋਸਾ ਹੈ ਕਿ ਆਪਾਂ ਸਭ ਮਿਲ ਕੇ ਇਸ ਅਮਰ ਵੀਰ ਭੂਮੀ ਨੂੰ ਉਸ ਦਾ ਮਾਣ ਮੁੜ ਦਵਾਵਾਂਗੇ ਅਤੇ ਮੈਨੂੰ ਖੁਸ਼ੀ ਹੈ ਕਿ ਸੰਸਦ ਵਿੱਚ ਮੇਰੇ ਸਾਥੀ ਭਰਾ ਅਨੁਰਾਗ ਜੀ ਲਗਾਤਾਰ ਅਜਿਹੇ ਵਿਸ਼ਿਆਂ ਤੇ ਕੁਝ ਨਾ ਕੁਝ ਕਰਦੇ ਰਹਿੰਦੇ ਨੇ। ਮੈਂ ਦੇਖ ਰਿਹਾ ਹਾਂ ਕਿ ਇਸ ਰਾਸ਼ਟਰ ਰੱਖਿਆ ਇਸ ਹਫ਼ਤਾਵਾਰੀ ਪਰਵ ਨੂੰ ਜਿਸ ਤਰ੍ਹਾਂ ਨਾਲ ਉਹਨਾਂ ਨੇ ਸਥਾਨਕ ਲੋਕਾਂ ਨੂੰ ਸਰਗਰਮ ਕੀਤਾ, ਸਰਕਾਰ ਅਤੇ ਲੋਕ ਮਿਲ ਕੇ ਕਿਹੋ ਜਿਹਾ ਅਨੂਠਾ ਕੰਮ ਕਰ ਸਕਦੇ ਨੇ, ਉਹ ਸਾਡੇ ਸਾਂਸਦ ਅਤੇ ਉਹਨਾਂ ਦੇ ਪੂਰੇ ਸਾਥੀਆਂ ਨੇ ਦਿਖਾ ਦਿੱਤਾ ਹੈ। ਮੈਂ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇਸ ਸ਼ਾਨਦਾਰ ਸਮਾਰੋਹ ਨੂੰ ਸਫਲ ਬਣਾਉਣ ਲਈ ਸਤਿਕਾਰਯੋਗ ਰਾਜਨਾਥ ਜੀ ਦੀ ਅਗਵਾਈ ਵਿੱਚ ਪੂਰੀ ਟੀਮ ਨੇ ਜਿਸ ਸੋਚ ਦੇ ਨਾਲ ਇਸ ਸਥਾਨ ਦੀ ਚੋਣ ਕਰਨਾ, ਡਿਫੈਂਸ ਕੋਰੀਡੋਰ ਦੇ ਲਈ, ਉੱਤਰ ਪ੍ਰਦੇਸ਼ ਰਾਸ਼ਟਰ ਰੱਖਿਆ ਦੇ ਲਈ ਅਨੇਕ ਵੀਰ ਸਪੂਤਾਂ ਨੂੰ ਤਿਆਰ ਕਰਨ ਦੀ ਭੂਮੀ ਬਣੇ, ਇਸ ਦੇ ਲਈ ਅੱਜ ਦਾ ਇਹ ਈਵੈਂਟ ਬਹੁਤ ਲੰਮੇ ਸਮੇਂ ਤੱਕ ਪ੍ਰਭਾਵ ਪੈਦਾ ਕਰਨ ਵਾਲਾ ਹੈ। ਇਸ ਲਈ ਰਾਜਨਾਥ ਜੀ ਅਤੇ ਉਹਨਾਂ ਦੀ ਪੂਰੀ ਟੀਮ ਅਨੇਕ ਸਵਾਗਤ ਦੀ ਹੱਕਦਾਰ ਹੈ।
ਯੋਗੀ ਜੀ ਨੇ ਵੀ ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਇੱਕ ਨਵੀਂ ਤਾਕਤ ਦਿੱਤੀ ਹੈ, ਇੱਕ ਨਵੀਂ ਗਤੀ ਦਿੱਤੀ ਹੈ। ਪਰ ਡਿਫੈਂਸ ਕੋਰੀਡੋਰ ਅਤੇ ਬੁੰਦੇਲਖੰਡ ਦੀ ਇਸ ਧਰਤੀ ਨੂੰ ਸੂਰਬੀਰਤਾ ਅਤੇ ਸਮਰੱਥਾ ਦੇ ਲਈ ਫੇਰ ਇੱਕ ਵਾਰ ਰਾਸ਼ਟਰ ਰੱਖਿਆ ਲਈ ਇੱਕ ਉਪਜਾਊ ਭੂਮੀ ਦੇ ਲਈ ਤਿਆਰ ਕਰਨਾ, ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡਾ ਦੂਰਦ੍ਰਿਸ਼ਟੀ ਦਾ ਕੰਮ ਹੈ। ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਹਾਂ। ਸਾਥੀਓ, ਅੱਜ ਦੇ ਇਸ ਪਵਿੱਤਰ ਤਿਉਹਾਰਾਂ ਦੇ ਪਲ ਮੌਕੇ ਆਪ ਸਭ ਨੂੰ ਅਨੇਕ ਅਨੇਕ ਸ਼ੁਭ ਕਾਮਨਾਵਾਂ ਦਿੰਦਾ ਹਾਂ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।